Hello everyone. Today we will do letter writing part, which is included in the section B of our syllabus. So first of all, what is letter writing? So the most common form of writing communication is the letter. So basically एक common चीज़ जो ਮੰਨੀ ਜਾਂਦੀ ਹੈ in written communication ਉਹ ਆਪਾਂ ਹਮੇਸ਼ਾ letter ਨੂੰ ਹੀ ਮੰਨਦੇ ਹਾਂ, ਠੀਕ ਹੈ ਜੀ. So letter writing is an indispensable activity of human society and we write letters to friends and relatives to maintain contacts with them. So however, in the present times with the boom in methods of communication, many of us don't have the time or the inclination or the temperament and the art to write letters. So telephone, fax and emails have replaced personal or informal letters. So basically ਜਿਹੜੀਆਂ formal letter ਆ ਉਹ ਹਮੇਸ਼ਾ ਹੀ ਆਪਾਂ send ਕਰਦੇ ਕਿਸੇ higher officials ਨੂੰ, ਠੀਕ ਹੈ. ਕਿਸੇ business purpose ਲਈ ਜੋ letter ਲਿਖਦੇ ਆ ਉਹ ਆਂਦੀ ਹੈ ਬੇਟੇ formal letter writing ਦੇ ਵਿੱਚ, ਠੀਕ ਹੈ ਜੀ. ਐਂਡ ਜਿਹੜੀ ਲੈਟਰ ਅਸੀਂ ਆਪਣੇ ਰਿਲੇਟਿਵਸ ਨੂੰ ਜਾਂ ਫਰੈਂਡਸ ਵਗੈਰਾ ਨੂੰ ਲਿਖਦੇ ਹਾਂ ਉਹ ਆਉਂਦੀ ਹੈ ਬੇਟੇ ਇਨਫੋਰਮਲ ਲੈਟਰ ਦੀ ਕੈਟਾਗਰੀ ਦੇ ਵਿੱਚ, ਠੀਕ ਹੈ ਜੀ. ਸੋ ਤੁਹਾਡੇ ਜਿਹੜਾ ਸਿਲੇਬਸ ਆ ਉਹਦੇ ਜਸਟ ਫਾਰਮਲ ਲੈਟਰ ਰਾਈਟਿੰਗ ਹੈ, ਫਾਈਨ. ਸੋ ਫਾਰਮਲ ਲੈਟਰ ਰਾਈਟਿੰਗ ਇਨਕਲੂਡਸ ਬਿਜ਼ਨਸ ਲੈਟਰ, ਲੈਟਰ ਟੂ ਐਡੀਟਰ ਜਾਂ ਲੈਟਰਸ ਆਫ ਐਪਲੀਕੇਸ਼ਨ, ਠੀਕ ਹੈ ਜੀ. ਸੋ ਆਪਾਂ ਜਸਟ ਫਾਰਮਲ ਲੈਟਰ ਰਾਈਟਿੰਗ ਕਰਨੀ ਹੈ. ਸੋ ਫਾਰਮਲ ਲੈਟਰ ਰਾਈਟਿੰਗ ਦੇ ਵਿੱਚ ਆਪਾਂ ਨੇ ਕੋਲ ਇਨਕਲੂਡ ਹੁੰਦਾ ਹੈ ਬਿਜ਼ਨਸ ਲੈਟਰਸ, ਓਫੀਸ਼ੀਅਲ ਲੈਟਰਸ, ਲੈਟਰ ਟੂ ਦ ਐਡੀਟਰਸ ਐਂਡ ਲੈਟਰਸ ਆਫ ਐਪਲੀਕੇਸ਼ਨ. ਸੋ ਬਿਜ਼ਨਸ ਲੈਟਰ ਦੇ ਵਿੱਚ ਜਿਹੜੇ ਤੁਹਾਡੀ ਫਸਟ ਟਰਮ ਐਗਜ਼ਾਮੀਨੇਸ਼ਨ ਦੇ ਸਿਲੇਬਸ ਦਾ ਪਾਰਟ ਹੈ ਉਹਦੇ 'ਚ ਕੀ ਇਨਕਲੂਡ ਆ, ਜਿਹਦੇ ਤੁਹਾਨੂੰ ਸਟੇਟਮੈਂਟ ਆ ਸਕਦੀ ਆ ਫॉर ਮੇਕਿੰਗ ਐਨ ਇਨਕੁਆਇਰੀ ਔਰ ਆਸਕਿੰਗ ਫॉर ਇਨਫੋਰਮੇਸ਼ਨ ਔਰ ਰਿਪਲਾਈing to the inquiries or giving information or placing orders and sending replies or cancelling orders or letters making complaint. So ਇਸ ਤਰ੍ਹਾਂ ਦੀਆਂ ਸਟੇਟਮੈਂਟਸ ਤੁਹਾਨੂੰ ਮਿਲ ਸਕਦੀਆਂ ਨੇ in your business letter, okay. On the other hand ਅਗਰ ਆਪਾਂ official letter ਦੀ ਗੱਲ ਕਰਦੇ ਹਾਂ ਉਹਦੇ 'ਚ ਹੁੰਦਾ ਕਿ ਜਿਵੇਂ ਰਜਿਸਟਰਿੰਗ ਕੋਈ ਕੰਪਲੇਂਟ ਰਜਿਸਟਰ ਕਰਵਾਉਣੀ ਹੈ, ਕੋਈ ਇਨਕੁਆਇਰੀ ਕਰਵਾਉਣੀ ਆ ਜਾਂ ਕੋਈ ਰਿਕੁਐਸਟ ਕਰਨੀ ਕਿਸੇ ਨੂੰ ਜਾਂ ਕਿਸੇ ਤਰ੍ਹਾਂ ਦੀ ਕੋਈ ਅਪੀਲ ਕਰਨੀ ਆ, ਉਹ ਆਉਣੀਆਂ ਸਾਡੀਆਂ official letters ਦੇ ਵਿੱਚ. ਲੈਟਰ ਟੂ ਐਡੀਟਰ ਇਨਕਲੂਡ ਹੁੰਦੇ ਆ ਜਿਵੇਂ ਕਿ ਤੁਸੀਂ ਸੁਜੈਸ਼ਨਸ ਦੇਣੇ ਨੇ ਕਿਸੇ ਇਸ਼ੂ ਦੇ ਲਈ, ਠੀਕ ਹੈ, ਜਾਂ ਤੁਸੀਂ ਕਹਿ ਸਕਦੇ ਹੋ ਕਿ ਆਪਣੇ ਵਿਊਜ਼ ਦੱਸਣੇ ਨੇ, ਠੀਕ ਹੈ, ਕਿਸੇ ਇਸ਼ੂ 'ਤੇ ਜਿਹੜਾ ਆਲਰੇਡੀ ਰੇਜ਼ ਕੀਤਾ ਗਿਆ ਹੈ ਇਨ ਦਾ ਫਾਰਮ ਆਫ ਆਰਟੀਕਲ ਰਾਈਟ ਅਪ, ਜਾਂ ਤੁਸੀਂ ਆਪਣਾ ਚਾਹੁੰਦੇ ਹੋ ਕਿ ਤੁਹਾਡੀ ਜਿਹੜੀਆਂ ਸੁਜੈਸ਼ਨਸ ਨੇ ਜਾਂ ਵਿਊ ਪੁਆਇੰਟਸ ਨੇ ਪਬਲਿਸ਼ ਹੋਣ ਉਸ ਨਿਊਜ਼ਪੇਪਰ ਦੇ ਵਿੱਚ, ਠੀਕ ਹੈ ਜੀ. ਸੋ ਲੈਟਰ ਆਫ ਐਪਲੀਕੇਸ਼ਨ ਇਹ ਅਲੱਗ ਤਰ੍ਹਾਂ ਦੀ ਹੈ ਜਿੱਥੇ ਤੁਸੀਂ ਆਪਣੇ ਕਿਸੇ ਪੋਸਟ ਦੇ ਲਈ ਅਪਲਾਈ ਕਰਦੇ ਹੋ, ਠੀਕ ਹੈ, ਉੱਥੇ ਤੁਸੀਂ ਲੈਟਰ ਆਫ ਐਪਲੀਕੇਸ਼ਨ ਨੂੰ ਯੂਜ਼ ਕਰਦੇ ਹੋ. ਸੋ ਟੂਡੇ ਵੀ ਵਿਲ ਡਿਸਕਸ ਓਨਲੀ ਬਿਜ਼ਨਸ ਲੈਟਰ, ਓਕੇ. ਸੋ ਵਟ ਇਜ਼ ਬਿਜ਼ਨਸ ਲੈਟਰ ਫਸਟ ਆਫ ਆਲ? ਸੋ ਬਿਜ਼ਨਸ ਲੈਟਰ ਇਜ਼ ਡਿਫਰੈਂਟ ਫਰੋਮ a personal letter in form, tone and content. ਮਤਲਬ ਜਿਹੜੀ ਬਿਜ਼ਨਸ ਲੈਟਰ ਆ ਇਹਦਾ ਫਾਰਮ ਵੀ ਅਲੱਗ ਆ, ਠੀਕ ਹੈ, ਟੋਨ ਵੀ ਅਲੱਗ ਆ. ਔਨ ਦ ਅਦਰ ਹੈਂਡ ਜੋ ਕੰਟੈਂਟ ਮੈਟਰ ਆਪਾਂ ਲਿਖਦੇ ਆ ਇਟ ਇਜ਼ ਫਾਰ ਵੈਰੀ ਡਿਫਰੈਂਟ ਫਰੋਮ other letter writing parts. So in personal letter we may follow an informal, manly or personal tone, content or style. ਹੁਣ ਆਪਾਂ ਅਗਰ ਪਰਸਨਲੀ ਅਗਰ ਆਪਾਂ ਕਿਸੇ ਨੂੰ ਕੋਈ ਈਮੇਲ ਲਿਖਦੇ ਆ ਜਾਂ ਕੋਈ ਆਪਾਂ ਕਿਸੇ ਨੂੰ ਕੋਈ ਲੈਟਰ ਲਿਖਦੇ ਆ, ਸਪੋਜ਼ ਕਰ ਲਿਓ ਕਿਸੇ ਰਿਲੇਟਿਵ ਨੂੰ ਜਾਂ ਕਿਸੇ ਆਪਣੇ ਫਰੈਂਡ ਨੂੰ, ਸਾਡੀ ਟੋਨ ਜੋ ਲਿਖਣ ਦੀ ਹੁੰਦੀ ਹੈ ਜਾਂ ਬੋਲਣ ਦੀ ਜੋ ਟੋਨ ਹੁੰਦੀ ਹੈ ਉਹ ਇਨਫੋਰਮਲ ਹੁੰਦੀ ਹੈ, ਠੀਕ ਹੈ ਜੀ, ਜਾਂ ਅਸੀਂ ਪਰਸਨਲ ਟੋਨ ਦੇ ਨਾਲ ਕਿਸੇ ਨਾਲ ਗੱਲ ਕਰਦੇ ਹਾਂ. ਬਟ ਜਿਹੜੀਆਂ ਬਿਜ਼ਨਸ ਲੈਟਰ ਹੈ ਇਹ ਡਿਮਾਂਡ ਕਰਦੀਆਂ ਨੇ ਇਹ ਫਾਰਮਲ ਐਂਡ ਅ ਮੈਟਰ ਆਫ ਫੈਕਟ ਟਰੀਟਮੈਂਟ. ਮਤਲਬ ਮੈਟਰ ਟੂ ਫੈਕਟ ਮਤਲਬ ਜੋ ਵੀ ਤੁਸੀਂ ਜੋ ਪੁਆਇੰਟ ਵਾਈਜ਼ ਜੋ ਗੱਲ ਕਰਨੀ ਹੈ, ਜਿਸ ਸਟੇਟਮੈਂਟ ਦੇ ਅਕੋਰਡਿੰਗ ਤੁਸੀਂ ਗੱਲ ਕਰਨੀ ਹੈ ਉਹ ਟੂ ਦਾ ਪੁਆਇੰਟ ਹੋਵੇ, ਠੀਕ ਹੈ, ਉਸ ਟੌਪਿਕ ਦੇ ਰਿਲੇਟਡ ਹੋਏ, ਫਾਲਤੂ ਗੱਲਾਂ ਉਹਦੇ 'ਚ ਨਾ ਹੋਣ, ਅਤੇ ਜਿਹੜੀ ਟੋਨ ਹੈ ਲਿਖਣ ਦੀ ਜੋ ਟੋਨ ਹੈ ਉਹ ਫਾਰਮਲ ਹੋਵੇ ਕਿਉਂਕਿ ਤੁਸੀਂ ਕਿਸੇ ਹਾਇਰ ਅਫੀਸ਼ੀਅਲ ਨੂੰ ਹੀ ਬਿਜ਼ਨਸ ਲੈਟਰ ਲਿਖਦੇ ਹੋ. ਸੋ ਥੀਸ ਲੈਟਰਸ ਆਰ ਜਨਰਲੀ ਰਿਟਨ ਟੂ ਔਰ ਬਾਈ ਕਮਰਸ਼ੀਅਲ ਐਂਡ ਬਿਜ਼ਨਸ ਫਰਮਸ ਐਂਡ enterprises. So they must be simple and systematic, brief and specific in content and formal in treatment of the subject. It means ਕਿ ਜਿਹੜੀਆਂ ਬਿਜ਼ਨਸ ਲੈਟਰ ਨੇ ਹਮੇਸ਼ਾ ਹੀ ਮਤਲਬ ਕਿਸੇ ਫਰਮ ਨੂੰ ਜਾਂ ਐਂਟਰਪ੍ਰਾਈਜ਼ਸ ਨੂੰ ਜਾਂ ਕਿਸੇ ਕਮਰਸ਼ੀਅਲ ਯੂਜ਼ ਦੇ ਲਈ ਲਿਖੀਆਂ ਜਾਂਦੀਆਂ ਨੇ. ਸੋ ਇਹ ਬੜੀਆਂ ਸਿੰਪਲ ਹੋਣੀਆਂ ਚਾਹੀਦੀਆਂ ਨੇ, ਠੀਕ ਹੈ, ਸਿਸਟਮੈਟਿਕ ਵੇ ਨਾਲ ਲਿਖੀਆਂ ਹੋਣੀਆਂ ਚਾਹੀਦੀਆਂ, ਜ਼ਿਆਦਾ ਇਹਦੇ 'ਚ ਫਾਲਤੂ ਚੀਜ਼ਾਂ ਐਡ ਨਹੀਂ ਕਰਨੀਆਂ, ਬਰੀਫ ਅਤੇ ਸਪੈਸੀਫਿਕ ਹੋਵੇ ਕੰਟੈਂਟ ਵਾਈਜ਼, ਠੀਕ ਹੈ, ਐਂਡ ਫਾਰਮਲ ਇਨ ਟਰੀਟਮੈਂਟ. ਫਾਰਮਲੀ ਅਗਰ ਆਪਾਂ ਕਿਸੇ ਕਰਦੇ ਹੋ ਸਫਿਸਟੀਕੇਟਡ ਵੇ ਦੇ ਨਾਲ ਉਹਨੂੰ ਲਿਖਿਆ ਜਾਣਾ ਚਾਹੀਦਾ ਆ ਇਨ ਟਰੀਟਮੈਂਟ ਆਫ ਦਾ ਸਬਜੈਕਟ. ਜੋ ਵੀ ਤੁਹਾਨੂੰ ਟੌਪਿਕ ਦਿੱਤਾ ਗਿਆ ਆ ਉਹਦੇ ਅਕੋਰਡਿੰਗ ਜੋ ਤੁਸੀਂ ਟੋਨ ਰੱਖੋਗੇ ਦੈਟ ਸ਼ੁੱਡ ਬੀ ਫਾਰਮਲ. ਸੋ ਕਮਰਸ਼ੀਅਲ ਕੋਰਸਪੋਂਡੈਂਸ ਆਕੂਪਾਈਜ਼ ਐਨ ਇੰਪੋਰਟੈਂਟ ਰੋਲ ਇਨ ਦਾ ਮਾਡਰਨ ਵਰਲਡ ਆਫ ਕਾਮਰਸ, ਟ੍ਰੇਡ ਐਂਡ ਇੰਡਸਟਰੀ. ਮਤਲਬ ਕਮਰਸ਼ੀਅਲ ਜਿਹੜੀਆਂ ਚੀਜ਼ਾਂ ਨੇ, ਠੀਕ ਹੈ, ਇਹ ਆਕੂਪਾਈ ਕਰਦੀਆਂ ਨੇ ਇੰਪੋਰਟੈਂਟ ਰੋਲ ਮਾਡਰਨ ਵਰਲਡ ਦੇ ਵਿੱਚ
ਚਾਹੇ ਉਹ ਕਮਰਸ ਦੇ ਵਿੱਚ ਹੋਵੇ, ਚਾਹੇ ਉਹ ਟ੍ਰੇਡ ਦੇ ਵਿੱਚ ਹੋਵੇ ਜਾਂ ਕਿਸੇ ਇੰਡਸਟਰੀ ਦੇ ਵਿੱਚ ਹੋਵੇ। ਸੋ ਸਟੂਡੈਂਟਸ ਆਰ ਐਡਵਾਈਜ਼ ਟੂ ਮਾਸਟਰ ਦਾ ਆਰਟਸ ਐਂਡ ਕਰਾਫਟ ਆਫ ਰਾਈਟਿੰਗ ਗੁੱਡ ਬਿਜ਼ਨਸ ਲੈਟਰ। ਸੋ ਸਟੂਡੈਂਟ ਤੋਂ ਡਿਮਾਂਡ ਕੀਤੀ ਜਾਂਦੀ ਹੈ that they should get a mastery in the art and craft of writing a good business letter. So what are the main value points of writing a business letter? So first of all, be brief and clear and to the point. So main चीज़ जो है वो है कि brief होनी चाहिए, clear and to the point letter होवे। यूज सैपरेट पैराग्राफ्स ऑफ फॉर सैपरेट टॉपिक्स इन केस कि मैं जिवें तुहानूं आर्टिकल दे विच दस्सिया सीगा कि बेटे जो आप आर्टिकल लिखते हैं या कोई भी लैटर राइटिंग या स्पीच राइटिंग लिखते हैं अपने को ज़्यादा पॉइंट्स ने दैन वी शुड डिवाइड आर टॉपिक इन सैपरेट पैराग्राफ्स। ठीक है, एक पॉइंट में आप एक पैराग्राफ च दसना है, सैकेंड पॉइंट में आप सैकेंड पैराग्राफ च दसना है। सो द फस्ट पैराग्राफ शुड इंडीकेट द थीम ऑफ द लैटर। फस्ट पैराग्राफ जो इंट्रोडक्शन वाला पार्ट होएगा वो जस्ट आप थीम या माइनर जी या ब्रीफ इंट्रोडक्शन देनी है अपने टॉपिक नाल रिलेटेड। दैन मेक अ फैक्चुअल स्टेटमेंट ऑफ फैक्ट्स, मतलब कि तुसीं जिहड़े तुहाडे सारे फैक्ट्स ने उस टॉपिक नाल रिलेटेड उस स्टेटमेंट नाल रिलेटेड, ठीक है, उन्हां नूं तुसीं सिस्टमैटिकली ले आउट करना है। ठीक है, ये नहीं है कि मतलब जिहड़ी चीज़ कनकलूजन च लिखनी सीगी ओह तुसीं इंट्रोडक्शन च लिखदे पे हो, इन बिटवीन लिखदे पे हो, जिहड़ी इन बिटवीन लिखनी सी तुसीं उहनूं बिगनिंग च लिखदे पे हो। सो फैक्ट्स नूं इस तरीके नाल तुसीं करना है, कैटालॉग बनाना है दैट एवरीथिंग शुड कम सिस्टमैटिकली। Then use simple and direct language. Avoid the use of long and high sounding words and ambiguous construction. So पहली चीज़ simple होवे, direct language use होवे, ज़्यादा लंबे sentences नहीं बनाने। ठीक है जी, ज़्यादा ही जिहड़ी construction ambiguous construction क्यों नहीं है कि अगले दी समझ तो बाहर दी चीज़ां नहीं लिखनियां। So it should be very brief and direct. So even while lodging a complaint or making criticism, you should be polite and charming. ਹੁਣ ਇਹਦੇ 'ਚ ਕੀ ਹੁੰਦਾ, ਬਿਜ਼ਨਸ ਲੈਟਰ ਦੇ ਵਿੱਚ ਹੁੰਦਾ ਕਿ ਕਈ ਵਾਰੀ ਤੁਹਾਨੂੰ ਕਿਸੇ ਚੀਜ਼ ਦੀ ਕੰਪਲੇਂਟ ਕਰਨ ਲਈ ਕਹਿ ਦਿੱਤਾ ਜਾਂਦਾ ਹੈ ਜਾਂ ਕਿਸੇ ਇਹੋ ਜਿਹੇ ਪੁਆਇੰਟ 'ਤੇ ਤੁਹਾਨੂੰ ਕ੍ਰਿਟੀਸਾਈਜ਼ ਕਰਨ ਲਈ ਬੋਲ ਦਿੱਤਾ ਜਾਂਦਾ ਹੈ ਜੋ ਟੌਪਿਕ ਬੜਾ ਸੈਂਸਿਟਿਵ ਹੋਵੇ, ਉੱਥੇ ਜ਼ਿਆਦਾ ਹਾਈਪਰਬੋਲਿਕ ਲੈਂਗੁਏਜ ਆਪਾਂ ਯੂਜ਼ ਨਹੀਂ ਕਰਨੀ। ਵੀ ਸ਼ੁੱਡ ਬੀ ਵੈਰੀ ਪੋਲਾਈਟ, ਕਿਉਂਕਿ ਅਸੀਂ ਇਹ ਹਾਇਰ ਔਫੀਸ਼ੀਅਲਸ ਨੂੰ ਲਿਖਦੇ ਹਾਂ। ਮੋਰ ਓਵਰ ਸਾਡੀ ਜਿਹੜੀ ਲੈਂਗੁਏਜ ਆ ਜਾਂ ਜਿਹੜੀ ਟੋਨ ਆ ਡਿਮਾਂਡ ਕਰਦੀ ਆ ਸਾਡੇ ਕੋਲ ਕਿ ਅਸੀਂ ਪੋਲਾਈਟਲੀ ਅਸੀਂ ਉਸ ਚੀਜ਼ ਨੂੰ ਫੋਲੋ ਅਪ ਕਰੀਏ। ਠੀਕ ਹੈ, ਐਂਡ ਅਵੋਇਡ ਕਾਮਨ ਪਲੇਸ ਐਂਡ ਕਲਮਸੀ ਐਕਸਪ੍ਰੈਸ਼ਨ। ਠੀਕ ਹੈ, ਜਿਹੜੇ ਆਪਣੇ ਏਰੀਆ ਦੇ ਜਾਂ ਸਾਡੀ ਸੁਸਾਇਟੀ 'ਚ ਜਿਹੜੇ ਆਮ ਜਿਹੜੇ ਅਸੀਂ ਪ੍ਰੋਵਰਬਸ ਯੂਜ਼ ਕਰਦੇ ਹਾਂ, ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਉਹਨਾਂ ਨੂੰ ਨਾ ਯੂਜ਼ ਕਰੀਏ। ਦੈਨ ਯੂਜ਼ ਅ ਪ੍ਰੋਪਰ ਲੇਆਊਟ ਫਾਰਮੈਟ ਫॉर these formal letter. The block format is more in vogue in formal letters whereas the indented format may be used in formal letter. ਇਹਦੇ 'ਚ ਜ਼ਿਆਦਾ ਹੈ ਕਿ ਜਿਹੜਾ ਫਾਰਮੈਟ ਤੁਹਾਨੂੰ ਪ੍ਰੋਪਰ ਦਿੱਤਾ ਗਿਆ you should follow that format only in order to write a business letter. Then use of punctuation mark is dispensed with in the block format. punctuation mark ਆਪਾਂ ਕੋਈ ਵੀ यूज़ नहीं ਕਰਦੇ, ਉਹ ਜਸਟ ਮੈਂ ਦੱਸਾਂਗੀ ਕਿ ਤੁਸੀਂ punctuation ਨੂੰ यूज़ ਕਿੱਥੇ ਕਰਨਾ, ਅਦਰਵਾਈਜ਼ ਕਿਤੇ ਵੀ ਫਾਰਮੈਟ ਦੇ ਵਿੱਚ ਤੁਸੀਂ ਵੀ ਕੋਈ ਫੁੱਲ ਸਟਾਪ ਕੋਈ ਕੌਮਾ ਵਗੈਰਾ ਜਿਹੜਾ यूज़ नहीं करना। So remember the following points about block format. ਇਹਦੇ 'ਚ ਕੀ ਹੈ, there is no indentation. Each block begins with a margin on left hand side. Then extra space should be left between different sections and paragraphs. Omit punctuation mark in address and date. A comma may be put after the salutation. ਹੁਣ ਇਹਦੇ ਮੈਂ ਤੁਹਾਨੂੰ ਹਰੇਕ ਚੀਜ਼ ਨੂੰ ਲਾਈਨ ਟੂ ਲਾਈਨ ਐਕਸਪਲੇਨ ਕਰਾਂਗੀ। ਠੀਕ ਹੈ, ਫਾਰਮੈਟ ਦੇ ਵਿੱਚ ਜਿਸ ਤੁਹਾਨੂੰ ਜ਼ਿਆਦਾ ਈਜ਼ੀ ਰਹੇਗਾ in order to know that where you are supposed to use any kind of punctuation mark. Okay, so there are some golden rules in order to write a business letter. First of all, a suitable format should be there. ठीक है, ਜਿਹੜਾ format मैं ਤੁਹਾਨੂੰ ਦੱਸਾਂਗੀ। then well organized content ਪਹਿਲਾਂ ਹੀ ਆਪਾਂ ਡਿਸਕਸ ਕਰ ਚੁੱਕੇ ਦੇ ਹਾਂ। then appropriate language ਮਤਲਬ ਬਰੀਫ ਤੇ simple language ਜਿਹੜੀ ਆਪਾਂ use ਕਰਨੀ ਹੈ in order to write a business letter. okay, so there are some common features of formal letter. ਉਹ ਕਿਹੜੇ features ਨੇ common? ਪਹਿਲਾ ਹੈਗਾ ਕਿ sender ਦਾ ਐਡਰੈਸ ਲਿਖਾਂਗੇ, ਮਤਲਬ ਜੋ ਵੀ ਲੈਟਰ ਲਿਖਦਾ ਪਿਆ ਆ। ਸੋ ਇਨਸਾਈਡ ਮਤਲਬ ਐਡਰੈਸ ਮਤਲਬ ਜਿਹਨੇ ਸਾਡੇ ਲੈਟਰ ਨੂੰ ਰੀਡ ਆਊਟ ਕਰਨਾ, ਮਤਲਬ ਰਿਸੀਵਰ ਜੋ ਹੋਏਗਾ ਉਹ ਸਾਡਾ ਹੋਏਗਾ ਐਡਰੈਸਿਸ ਦਾ ਐਡਰੈਸ। ਉਸ ਤੋਂ ਬਾਅਦ ਅਸੀਂ ਇੱਕ ਸੈਲੂਟੇਸ਼ਨ ਲਿਖਾਂਗੇ। ਸੈਲੂਟੇਸ਼ਨ ਕੀ ਇਨਕਲੂਡ ਕਰਦਾ ਆ, ਸਰ ਔਰ ਮੈਡਮ। ਠੀਕ ਹੈ, ਉਸ ਤੋਂ ਬਾਅਦ ਅਸੀਂ ਆਪਣਾ ਇੱਕ ਸਬਜੈਕਟ ਲਾਈਨ ਬਣਾਉਣੀ ਆ। ਠੀਕ ਹੈ, ਜਿਹਦੇ 'ਚ ਅਸੀਂ ਦੱਸਾਂਗੇ ਕਿ ਮੇਰੇ ਲੈਟਰ ਲਿਖਣ ਦਾ ਕੀ ਮਕਸਦ ਆ।
ठीक है। दैन उस तो बाद साडी बॉडी ऑफ लैटर स्टार्ट होएगा। बॉडी ऑफ लैटर दे विच असीं 3 पैराग्राफ बनाने ने। फर्स्ट वन होएगा बिगनिंग पैराग्राफ, जिहदे विच असीं जस्ट ब्रीफ इंट्रोडक्शन देनी है रिलेटेड टू आर टॉपिक। दैन कंटेंट लिखना उहदा कि मतलब जो भी साडा टॉपिक सीगा या स्टेटमेंट सानूं गिवन सीगी उहदे नाल रिलेटेड आपां डिटेल्ड इन्फॉर्मेशन देनी है इन द वेरी नैक्सट पैराग्राफ। उस तो बाद आपां एंड अप कर देना है, अपनियां सुजैशनस दे देनियां ने या उहदा कोई छोटा जिहा कनकलूजन बना के लिख देना है, ਜਿਹੜਾ ਆਪਾਂ ਲਿਖਾਂਗੇ ਸਭ ਤੋਂ ਲਾਸਟ ਵਾਲੇ ਪੈਰਾਗ੍ਰਾਫ ਥਰਡ ਪੈਰਾਗ੍ਰਾਫ ਦੇ ਵਿੱਚ। ਹੁਣ ਇਹਦੇ ਵਿੱਚ ਤੁਸੀਂ ਦੇਖਿਓ ਤੁਹਾਡੇ 3 ਪੈਰਾਗ੍ਰਾਫਸ ਬਣਨੇ ਨੇ, ਠੀਕ ਹੈ। ਇੰਟਰੋਡਕਸ਼ਨ ਵਾਲਾ ਪੈਰਾਗ੍ਰਾਫ, ਦੈਨ ਡਿਟੇਲਡ ਇਨਫੋਰਮੇਸ਼ਨ ਵਾਲਾ ਪੈਰਾਗ੍ਰਾਫ ਐਂਡ ਥਰਡ ਵਨ ਕਨਕਲੂਜਨ ਵਾਲਾ ਪੈਰਾਗ੍ਰਾਫ, ਠੀਕ ਹੈ ਜੀ। ਉਸ ਤੋਂ ਬਾਅਦ ਹੈਗੀ ਸਾਡੀ ਸਬਸਕ੍ਰਿਪਸ਼ਨ, ਜਿਹੜਾ ਹੈਗਾ ਸਾਡਾ ਲਾਸਟ ਵਾਲਾ ਪਾਰਟ। ਇਹਦੇ ਵਿੱਚ ਦੇਖਿਓ ਤੁਸੀਂ ਲਿਖਣਾ ਜਾਂ ਯੂਅਰਸ ਸਿੰਸੀਅਰਲੀ ਜਾਂ ਯੂਅਰਸ ਟਰੂਲੀ, ठीक है जी। सो ये जस्ट हैगा एक फॉर्मैट इन ऑर्डर टू राइट अ बिजनेस लैटर, ठीक है जी। सो ये तुसी मेन चीज़ां किहड़ियां यूज़ करनियां, जिहड़ा मैं तुहानूं दस्सिया सीगा कि तुसी कोई पंक्चुएशन मार्क यूज़ नहीं करना। वो की है कि सपोज कर लो तुहानूं कोई एड्रैस गिवन है, ठीक है। सपोज कर लो कि मैं तुहानूं दिता होया एड्रैस 114, ठीक है, मॉडल टाउन जलंधर, ठीक है जी। ਇਹਦੇ 'ਚ ਤੁਸੀਂ ਕੀ ਦੇਖਿਆ ਆ ਕਿ ਮੈਂ ਕੋਈ ਪੰਕਚੁਏਸ਼ਨ ਮਾਰਕ ਯੂਜ਼ ਨਹੀਂ ਕੀਤਾ, ਠੀਕ ਹੈ। ਪੰਕਚੁਏਸ਼ਨ ਮਾਰਕ ਕੌਮਾ ਮੈਂ ਯੂਜ਼ ਕੀਤਾ ਇਨ ਆਰਡਰ ਟੂ ਡਿਵਾਈਡ ਦ ਐਡਰੈਸ द मॉडल टाउन फ्रॉम 114। 114 ਉਹਦਾ ਹਾਊਸ ਨੰਬਰ ਵੀ ਹੋ ਸਕਦਾ ਹੈ। ਸੋ ਜਸਟ ਇਹਨਾਂ ਨੂੰ ਸੈਪਰੇਟ ਸ਼ੋਅ ਕਰਨ ਦੇ ਲਈ ਮੈਂ ਜਸਟ ਇੱਕ ਪੰਕਚੁਏਸ਼ਨ ਮਾਰਕ ਦੈਟ ਇਜ਼ ਕੌਮਾ ਯੂਜ਼ ਕੀਤਾ ਆ। ਪਹਿਲਾਂ ਅਸੀਂ ਕੀ ਕਰਦੇ ਸੀਗੇ ਲਾਸਟ ਦੇ ਵਿੱਚ ਕੌਮਾ ਵਗੈਰਾ ਜਾਂ ਇੱਥੇ ਜਲੰਧਰ ਤੋਂ ਬਾਅਦ ਫੁੱਲ ਸਟਾਪ ਯੂਜ਼ ਕਰਦੇ ਸੀਗੇ, ਜੋ ਆਪਾਂ ਹੁਣ ਨਹੀਂ ਯੂਜ਼ ਕਰਦੇ, ਠੀਕ ਹੈ ਜੀ। ਐਂਡ ਇਹ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਬੇਟਾ ਇੱਕ ਗੱਲ ਨੋਟ ਕਰਿਓ, ਸਾਰੀਆਂ ਲੈਫਟ ਹੈਂਡ ਸਾਈਡ 'ਤੇ ਆਉਣੀਆਂ ਨੇ, ठीक है जी। सो ये लिखण तो बाद तुसी एक ब्लैंक छड्डोगे, एक लाइन छड्ड दोगे, ठीक है। जलंधर लिखण तो बाद तुसी एक लाइन छड्डोगे, उस तो बाद तुसी लिखोगे डेट मैंशन करोगे प्रॉपर, जिवें अज होएगी 17 ऑफ सितंबर आ, ठीक है। हुण 17 ऑफ सितंबर नूं तुसी प्रॉपर लिखना आ, दैन कॉमा पा के 2020, ये पूरा एक ही लाइन च आएगा, ठीक है। 17 सितंबर 2020 मतलब हुण जिहड़े इत्थे मैं कॉमा यूज़ किया सितंबर तो बाद यूज़ किया इन ऑर्डर टू सैपरेट द मंथ फ्रॉम ईयर, ठीक है जी। जस्ट इत्थे ही तुसी कॉमा यूज़ करते पे हो, अदरवाइज तुसी होर किते भी कॉमा यूज़ नहीं करना, ठीक है जी। उस तो बाद फिर तुसी एक स्पेस छड्डोगे, ठीक है। उस तो बाद जिहड़ा भी तुहानूं रिसीवर दा एड्रैस दिता होएगा तुसी लैफ्ट हैंड साइड ते वो लिख दोगे, ठीक है जी। दैन फिर उस तो बाद तुसी इत्थे सबजैक्ट लिख दोगे, रिसीवर के एड्रैस तो बाद तुसी लिखोगे अपना सबजैक्ट। फाइन, ये हो गया तुहाडा जिहड़ा बिगनिंग वाला पार्ट है कंप्लीट। हुण सबजैक्ट तो बाद की आएगा साडे कोले बॉडी ऑफ द लैटर। हुण इहदे च की है तुहानूं मैं दस्सिया सीगा कि इहदे तुसी 3 पैराग्राफ्स बनाने ने, ठीक है। वो भी लैफ्ट हैंड साइड तो स्टार्ट होने, फर्स्ट पैराग्राफ, दैन उस तो बाद सैकेंड पैराग्राफ, उस तो बाद तुहाडा आएगा थर्ड पैराग्राफ। फर्स्ट पैराग्राफ इंट्रोडक्शन वाला पैराग्राफ, सैकेंड पैराग्राफ ਦੇ ਵਿੱਚ ਤੁਸੀਂ डिटेल्ड इन्फॉर्मेशन दोगे, थर्ड पैराग्राफ होएगा कनकलूजन वाला पैराग्राफ। उस तो बाद की होएगा तुहाडा कॉम्पलीमेंटरी क्लोज होएगा। कॉम्पलीमेंटरी क्लोज ਦੇ ਵਿੱਚ ਤੁਸੀਂ ਕੀ यूज़ करते, जिवें ਤੁਸੀਂ ਕਰਦੇ हो यूअर्स ट्रूली यूज़ कर लिया, सपोज कर लो। हुण बिजनेस लैटर ਦੇ ਵਿੱਚ हमेशा ਸਾਨੂੰ पता नहीं ਹੁੰਦਾ कि ਅਸੀਂ किनू लैटर लिखते पे हाँ, मतलब रिसीवर ਦੇ बारे ਸਾਨੂੰ कोई नॉलेज नहीं ਹੁੰਦੀ, ਉੱਥੇ ਆਪਾਂ बेटा यूज़ करते हैं यूअर ट्रूली ओनली, ठीक है जी। यूअर्स ट्रूली यूज़ करोगे तुसी कोई भी बिजनेस लैटर होएगी। दैन यही इहदा फॉर्मेट है सिंपल, ठीक है जी। इस तो अलावा तुसी होर कोई फॉर्मेट नूं फॉलो नहीं करना, ठीक है। कोई पंक्चुएशन मार्क फालतू यूज़ नहीं करने। हाँ जी, बॉडी ऑफ द लैटर तुसी पंक्चुएशन मार्क यूज़ करोगे, बट बाकी जिहड़ियां हैगा फॉर्मेट दे विच किते भी तुसी इहनूं यूज़ नहीं करना। फाइन, एक एग्जाम्पल तुहाडे नाल शेयर की जाएगी, ठीक है। एक लेआउट मैं शेयर करांगी फ्रॉम विच यू कैन अंडरस्टैंड दैट हाउ टू राइट अ बिजनेस लैटर, okay। So hope you will not find any kind of difficult in the format of business letter. In case if you find any doubt or query, then you may ask me.